हाँ जी, शुरू करते ही ਆਪਾਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਅੱਜ ਦੀ ਆਪਾਂ ਡਿਸਕਸ਼ਨ ਕਲਾਸ ਸਟਾਰਟ ਕਰਨ ਜਾ ਰਹੇ ਹਾਂ। ਠੀਕ ਹੈ, ਪਹਿਲਾ ਕੁਐਸਚਨ ਹੈ ਤੇ ਪਹਿਲਾ ਕੁਐਸਚਨ ਆਪਣਾ ਲਿਸਟ 1 ਲਿਸਟ 2 ਤੇ ਅਕਸਰ ਹੀ ਤੁਸੀਂ ਦੇਖਿਆ ਹੋਊਗਾ ਵੀ ਹਰ ਟੈਸਟ ਦੇ ਵਿੱਚ ਆਪਾਂ ਇਹੋ ਜਿਹਾ ਸਵਾਲ ਇੱਕ ਪੱਕਾ ਫਰੇਮ ਕਰ ਰਹੇ ਹਾਂ ਜਿਹਦੇ ਨਾਲ ਆਪਣਾ ਸੰਬੰਧਿਤ ਕਿਹਦਾ ਹੁੰਦਾ ਹੈ, ਰਿਵੋਲਟ ਆਫ 1857। ਤਾਂ ਸਮਝ ਸਕਦੇ ਹਾਂ ਵੀ ਇਸ ਸਵਾਲ ਦੀ ਕਿੰਨੀ ਇੰਪੋਰਟੈਂਸ ਹੈ, ਉਹਨੂੰ ਪੂਰਾ ਚਾਂਸ ਹੁੰਦਾ ਹੈ। ਤਾਂ ਹੀ ਆਪਾਂ ਹਰ ਟੈਸਟ ਵਿੱਚ ਪੱਕਾ ਸਟ੍ਰੈਸ ਦਿੰਦੇ ਹਾਂ ਕਿ ਸਾਰੇ ਆਪਾਂ ਨੂੰ ਸੈਂਟਰ ਤੇ ਸਾਰੇ ਆਪਾਂ ਨੂੰ ਬੰਦਿਆਂ ਦੇ ਨਾਮ ਤੇ ਸਾਰੇ ਆਪਾਂ ਨੂੰ ਆਪਾਂ ਕਹਿੰਦੇ ਨਾਲ ਗੋਰਿਆਂ ਦੇ ਨਾਮ ਵੀ ਪਤਾ ਹੋਣੇ ਚਾਹੀਦੇ ਹੈ, ਕਿਉਂਕਿ ਇਹੋ ਜਿਹਾ ਇੱਕ ਸਵਾਲ ਪੱਕਾ ਹੀ ਬਣਨਾ। ਠੀਕ ਹੈ, ਨਾਨਾ ਸਾਹਿਬ ਤੇ ਤਾਂਤੀਆ ਤੋਪੇ ਸਭ ਨੂੰ ਪਤਾ ਹੀ ਹੈ, ਇਹ ਕਾਨਪੁਰ ਤੋਂ ਹੈ। ਤਾਂ ਪਹਿਲੇ ਦਾ ਆਪਣਾ ਆਨਸਰ ਆ ਜਾਊਗਾ। ਅੱਛਾ, ਪੇਅਰ ਹੀ ਆਪਾਂ ਦੱਸਣੇ ਆ। ਠੀਕ ਹੈ, ਵੀ ਇਹਦੇ ਵਿੱਚੋਂ ਕਿਹੜੇ ਪੇਅਰ ਕਰੈਕਟਲੀ ਮੈਚ ਹੈ। ਪਹਿਲਾ ਪੇਅਰ ਬਿਲਕੁਲ ਕਰੈਕਟ ਮੈਚ ਹੈ। ਬਿਹਾਰ, ਕਹਿੰਦੇ ਬਿਹਾਰ ਤੋਂ ਕੌਣ ਹੈ ਜੀ, ਬੇਗਮ ਹਜ਼ਰਤ ਮਹਿਲ, ਇਹਨੂੰ ਬੇਗਮ ਆਫ ਔਧ। ਔਧ ਕੀ ਹੈ, ਇਹ ਜਗ੍ਹਾ ਦਾ ਨਾਮ ਹੈ ਜਿਹਨੂੰ ਆਪਾਂ ਅਵਧ ਵੀ ਕਹਿ ਦਿੰਦੇ ਆ ਤੇ ਜਿਹਨੂੰ ਆਪਾਂ ਅੱਜ ਦੇ ਸਮੇਂ 'ਚ ਲਖਨਊ ਵੀ ਕਹਿ ਦਿੰਦੇ ਹਾਂ। ਠੀਕ ਹੈ, ਇਹ ਸੀ ਆਪਾਂ ਰੱਖਣੀ ਹੈ ਯਾਦ ਤੇ ਉਸ ਨੂੰ ਪਤਾ ਹੀ ਹੈ ਬੇਗਮ ਹਜ਼ਰਤ ਮਹਿਲ ਹੈ। ਬਿਹਾਰ ਤੋਂ ਕੌਣ ਸੀਗਾ, ਬਿਹਾਰ ਤੋਂ ਸੀਗਾ ਆਪਣਾ ਕਨਵਰ ਸਿੰਘ। ਆਹ ਮਤਲਬ ਉਲਟ ਮੈਚ ਕਰਤਾ ਜਾਣ ਕੇ ਇਹਨਾਂ ਨੇ, ਇਹਦਾ ਆਊਗਾ ਕਨਵਰ ਸਿੰਘ। ਤੇ ਦਿੱਲੀ ਤੁਹਾਨੂੰ ਪਤਾ ਹੀ ਹੈ, ਕਹਿਣ ਦੀ ਲੋੜ ਹੀ ਨਹੀਂ। ਦਿੱਲੀ ਤੋਂ ਕੌਣ ਹੈ, ਬਹਾਦਰ ਸ਼ਾਹ 2 ਹੈ ਤੇ ਆਪਣਾ ਬਖਤ ਖਾਨ ਹੈ। ਇਹਦਾ ਮਤਲਬ ਆਹ ਦੋਨੇ ਪੇਅਰ ਹੋ ਗਏ ਆਪਣੇ ਅਰੇਂਜ ਗਲਤ ਹੋ ਗਏ, ਕੱਲਾ ਪਹਿਲਾ ਸਹੀ ਹੈ ਨਾਨਾ ਸਾਹਿਬ। ਤੇ ਤਾਂਤੀਆ ਤੋਪੇ ਕਾਨਪੁਰ ਤੋਂ ਹੈ, ਬਹਾਦਰ ਸ਼ਾਹ 2 ਤੇ ਬਖਤ ਖਾਨ ਇਹ ਦੋਨੇ ਆਪਣੇ ਦਿੱਲੀ ਤੋਂ ਹੈ। ਝਾਂਸੀ ਦੀ ਰਾਣੀ ਆਪਣੀ ਰਾਣੀ ਲక్ష్ਮੀ ਬਾਈ ਆਪਣੀ ਝਾਂਸੀ ਤੋਂ ਹੈ। ਖਾਨ ਬਹਾਦਰ ਖਾਨ ਇਹ ਆਪਣਾ ਬਰੇਲੀ ਤੋਂ ਹੈ। ਕਦਮ ਸਿੰਘ ਆਪਣਾ ਮੇਰਠ ਤੋਂ ਹੈ। ਇਹ ਸਾਰੇ ਪੁਆਇੰਟ ਆਪਾਂ ਰੱਖਣੇ ਹੈ ਯਾਦ। ਤੇ ਬੇਗਮ ਹਜ਼ਰਤ ਮਹਿਲ ਇਹਨੂੰ ਬੇਗਮ ਆਫ ਔਧ ਵੀ ਕਹਿੰਦੇ ਆ, ਬੇਗਮ ਆਫ ਅਵਧ ਵੀ ਕਹਿੰਦੇ ਆ, ਜਾਂ ਕੱਲਾ ਆਪਾਂ ਨੂੰ ਲਖਨਊ ਵੀ ਕਹਿੰਦੇ ਆ। ਇਹ ਸਾਰੇ ਪੁਆਇੰਟ ਆਪਾਂ ਰੱਖਣੇ ਯਾਦ। ਤੇ ਅੱਜ ਆਪਾਂ ਸਿੰਪਲ ਪੇਅਰ ਚੂਜ਼ ਕਰਨਾ ਸੀ, ਉਹ ਆਪਾਂ ਕਰ ਲਿਆ। ਇਹਦਾ ਆਨਸਰ ਆਊਗਾ ਡੀ। ਠੀਕ ਹੈ, ਪਹਿਲੇ ਦਾ ਆਪਣਾ ਆਨਸਰ ਆਊਗਾ ਡੀ। ਚਲੋ ਜੀ, ਕੁਐਸਚਨ ਨੰਬਰ 2। ਆਹ ਸਟੇਟਮੈਂਟਾਂ ਦੋਨੇ ਬੜੀਆਂ ਹੀ ਪੇਪਰ ਹਿਸਾਬ ਨਾਲ ਕੀਮਤੀ ਹੈ, ਤਾਂ ਹੀ ਮੈਂ ਵੀ ਜਾਣਬੁੱਝ ਕੇ ਇਹ ਦੋਨੇ ਸਟੇਟਮੈਂਟਾਂ ਨੂੰ ਡੈਲੀਬਰੇਟਲੀ ਆਪਾਂ ਕਰੈਕਟ ਹੀ ਰੱਖਿਆ ਵੀ ਤਾਂ ਜੋ ਆਪਾਂ ਇਹ ਸਟੇਟਮੈਂਟਾਂ ਨੂੰ ਆਪਾਂ ਗ੍ਰੈਸਪ ਕਰ ਲਈਏ, ਆਪਾਂ ਯਾਦ ਕਰ ਲਈਏ। ਇਹ ਦੋਨੇ ਸਟੇਟਮੈਂਟਾਂ ਪੇਪਰ ਹਿਸਾਬ ਨਾਲ ਬੜੀਆਂ ਕੀਮਤੀ ਹੈ। ਸਰਲਾ ਦੇਵੀ, ਆ ਸਰਲਾ ਬਾਲਾ ਪਾਇਆ ਪਿਆ, ਬਾਲੇ ਦਾ ਕੀ ਕੰਮ ਹੈ, ਇੱਥੇ ਦੇਵੀ ਹੈ। ਸਰਲਾ ਦੇਵੀ, ਠੀਕ ਹੈ, ਇਹ ਸਾਰੇ ਸਹੀ ਕਰ ਲਿਓ। ਸਰਲਾ ਦੇਵੀ, सरला, अच्छा देवी गाहां पाया पे इन्होंने, सरला देवी चौधरानी। सरला देवी चौधरानी इज एसोसिएटेड विद भारत क्षत्रिय मंडल। भारत क्षत्रिय मंडल याद रखना है। ये अपने हिंदुस्तान दी, मैं बहुत कीमती पॉइंट बोल रहा, ध्यान नाल सुनना। ये अपने हिंदुस्तान दी पहली वूमेन ऑर्गेनाइजेशन है। भारत क्षत्रिय महामंडल इनू की बोलते हैं, हिंदुस्तान दी पहली वूमेन ऑर्गेनाइजेशन। ये बनाई गई है 1910 ਦੇ ਵਿੱਚ ਤੇ ਕਿੱਥੇ ਬਣਾਈ ਗਈ ਹੈ, ਇਨ ਇਲਾਹਾਬਾਦ। ਇਹ ਨਾਲ ਐਡੀਸ਼ਨਲ ਪੁਆਇੰਟ ਰੱਖਿਓ ਯਾਦ। ਤੇ ਇਹ ਬਣਾਈ ਕਿਨੇ ਹੈ, ਇਹ ਜਮਾ ਸਹੀ ਪੁਆਇੰਟ ਹੈ ਜੀ। ਇਹ ਬਣਾਈ ਆਪਣੇ ਸਰਲਾ ਦੇਵੀ ਚੌਧਰਾਨੀ ਨੇ। ਸੈਕਿੰਡ ਪੁਆਇੰਟ ਵੀ ਆਪਾਂ ਡੈਲੀਬਰੇਟਲੀ ਸਹੀ ਰੱਖਿਆ ਹੈ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਜਿਹੜੀ ਅਹਿਮਦੀਆ ਮੂਵਮੈਂਟ ਹੈ, ਇਹ ਮੂਵਮੈਂਟ ਹੀ ਕਾਫੀ ਪੁਰਾਣੀ ਹੈ, ਕਾਂਗਰਸ ਵੇਲੇ ਦੀ ਹੈ। ਇਹ ਮੂਵਮੈਂਟ ਬਣੀ ਸੀ 1899 ਚ, ਇਹ ਲਾਂਚ ਕਰੀ ਗਈ ਹੈ। ਇਹ ਕਿਹਨੇ ਫਾਊਂਡ ਕੀਤੀ ਸੀ, ਮਿਰਜ਼ਾ ਗੁਲਾਮ ਅਹਿਮਦ। ਮਿਰਜ਼ਾ ਗੁਲਾਮ ਅਹਿਮਦ। ਮੈਂ ਫਿਰ ਕਹਿ ਰਿਹਾ ਦੋਨੇ ਸਟੇਟਮੈਂਟਾਂ ਡੈਲੀਬਰੇਟਲੀ ਆਪਾਂ ਸਹੀ ਕਰੀਆਂ ਵੀ ਤੁਸੀਂ ਯਾਦ ਕਰ ਲਿਓ, ਕਿਉਂਕਿ ਪੇਪਰ ਹਿਸਾਬ ਨਾਲ ਸਟੇਟਮੈਂਟਾਂ ਕੀਮਤੀ ਹੈ। ਆ ਪਹਿਲੀ ਵੂਮਨ ਆਰਗੇਨਾਈਜੇਸ਼ਨ ਹੈ, ਇਹ ਜ਼ਿਆਦਾ ਕੀਮਤੀ ਹੈ। ਠੀਕ ਹੈ, 1910 ਚ ਬਣੀ ਹੈ ਤੇ ਆਪਣੇ ਆ ਅਹਿਮਦੀਆ ਮੂਵਮੈਂਟ 1899 ਵਿੱਚ ਸਟਾਰਟ ਹੋਈ ਹੈ। ਠੀਕ ਹੈ, ਚਲੋ ਜੀ, ਕੁਐਸਚਨ ਨੰਬਰ 3। ਇਨ ਵਿਚ ਆਫ ਦਾ ਫੋਲੋਇੰਗ ਓਸ਼ਨ, ਕਹਿੰਦੇ ਵਰਲਡ ਦਾ ਸਭ ਤੋਂ ਲਾਰਜੈਸਟ ਆਈਲੈਂਡ ਕਿਹੜਾ ਹੈ, ਕਿੱਥੇ ਲੋਕੇਟਡ ਹੈ, ਕਿਹੜੇ ਆਈਲੈਂਡ ਚ, ਮਤਲਬ ਕਿਹੜੇ ਓਸ਼ੀਅਨ ਦੇ ਵਿੱਚ ਲੋਕੇਟਡ ਹੈ, ਕਿਹੜੇ ਓਸ਼ੀਅਨ ਚ ਲੋਕੇਟਡ ਹੈ। ਓਸ਼ੀਅਨ ਆਪਾਂ ਨੂੰ ਪਤਾ ਹੀ ਹੈ, ਆਪਾਂ 5 ਪੜ੍ਹੇ ਹੈ, ਪੈਸੀਫਿਕ, ਅਟਲਾਂਟਿਕ, ਇੰਡੀਅਨ, ਸਦਰਨ ਤੇ ਆਰਕਟਿਕ। ਲੈਣੋ ਵਾਰ ਪੜਿਆ ਕਰੋ, ਤਾਂ ਕਰਕੇ ਪੇਪਰ ਜੇ ਆਪ ਨੂੰ ਅਰੇਂਜ ਕਰਨ ਵਾਸਤੇ ਆ ਗਿਆ, ਆਪਾਂ ਚੁਣ ਦਾਂਗੇ ਪੈਸਾ ਵੀ ਪੈਸੀਫਿਕ ਹੈ, ਫਿਰ ਆਪਣਾ ਅਟਲਾਂਟਿਕ ਹੈ, ਫਿਰ ਆਪਣਾ ਇੰਡੀਅਨ ਹੈ, ਫਿਰ ਆਪਣਾ ਆਰਕਟਿਕ ਹੈ, ਸਦਰਨ ਹੈ, ਫਿਰ ਆਪਣਾ ਸਦਰਨ ਹੈ, ਫਿਰ ਆਪਣਾ ਆਰਕਟਿਕ ਹੈ। ਇਹ ਬਣ ਗਿਆ ਪੈਸਾ। ਕੀ ਬਣ ਗਿਆ ਹੈ, ਪੈਸਾ। ਤੇ ਕੁੱਲ ਮਿਲਾ ਕੇ ਪਹਿਲੀ ਗੱਲ ਤਾਂ ਵਰਲਡ ਦਾ ਸਭ ਤੋਂ ਵੱਡਾ ਆਈਲੈਂਡ ਹੈ ਕਿਹੜਾ, ਆਪਾਂ ਨੂੰ ਐਂ ਪਤਾ ਹੋਣਾ ਚਾਹੀਦਾ। ਤੇ ਉਹ ਆਪਣਾ ਕਿਹੜਾ ਬੱਚੋ, ਉਹ ਆਪਣਾ ਹੈਗਾ ਗ੍ਰੀਨਲੈਂਡ। ਉਹ ਆਪਣਾ ਕਿਹੜਾ, ਗ੍ਰੀਨਲੈਂਡ। ਗ੍ਰੀਨਲੈਂਡ ਪਹਿਲੀ ਗੱਲ ਤਾਂ ਬੱਚਿਆਂ ਨੂੰ ਬਹੁਤ ਕਨਫਿਊਜ਼ਨ ਹੁੰਦੀ ਹੈ, ਇਹ ਆਪਦੇ ਆਪ 'ਚ ਕੋਈ ਇੰਡੀਪੈਂਡੈਂਟ ਮੁਲਕ ਨਹੀਂ ਹੈਗਾ, ਇਹ ਇੰਡੀਪੈਂਡੈਂਟ ਕੰਟਰੀ ਨਹੀਂ ਹੈਗਾ, ਇਹ ਆਟੋਨੋਮਸ ਟੈਰੀਟਰੀ ਹੈ। ਸਿੱਧਾ ਪੰਜਾਬੀ 'ਚ ਇਹ ਕਿਹਦੇ ਹੇਠ ਆ, ਕਿਹਦੇ ਕਬਜ਼ਾ ਹੈ, ਤਾਂ ਇਹ ਕਬਜ਼ਾ ਹੈਗਾ ਤੇ ਡੈਨਮਾਰਕ ਦਾ। जबकि डेनमार्क तो बहुत दूर है तो फिर भी इतने मतलब राज्य चलता है डेनमार्क के अंडर है, मतलब ग्रीनलैंड टेरिटरी है
ਇਹ ਡੈਨਮਾਰਕ ਦੇ ਅੰਡਰ ਹੈ। ਤੇ ਗ੍ਰੀਨਲੈਂਡ ਦੀ ਕੈਪੀਟਲ ਦਾ ਕੀ ਨਾਮ ਹੈ? ਗ੍ਰੀਨਲੈਂਡ ਦੀ ਕੈਪੀਟਲ ਦਾ ਨਾਮ ਹੈ ਨੁਕ, NUKK। ਤੇ ਇਹ ਕਿੱਥੇ ਲੋਕੇਟਡ ਹੈ? ਇਹ ਲੋਕੇਟਡ ਬੱਚਾ ਆਪਣਾ ਹੈਗਾ ਆਰਕਟਿਕ ਓਸ਼ੀਅਨ ਦੇ ਵਿੱਚ। ਬੱਚਾ ਆਮ ਤੌਰ ਤੇ ਭੜਕਾਉਂਦਾ ਹੈ ਅਟਲਾਂਟਿਕ ਓਸ਼ਨ। ਅਟਲਾਂਟਿਕ ਓਸ਼ਨ ਅਫਰੀਕਾ ਤੇ ਅਮਰੀਕਾ ਦੇ ਵਿਚਕਾਰ ਹੈ। ਇਹ ਉਹ ਤੋਂ ਇਧਰਲੇ ਪਾਸੇ ਹੈ, ਮਤਲਬ ਉੱਪਰ ਹੈ। ਇਹ ਤਾਂ ਕੀ ਹੈ? ਇਹ ਕੈਨੇਡਾ ਕੋਲੇ ਹੈ। ਯਾਦ ਰੱਖਣਾ ਤਰੀਕਾ, ਇਹ ਕੈਨੇਡਾ ਕੋਲੇ ਉੱਪਰ ਹੈ, ਤਾਂ ਹੀ ਉੱਪਰ ਕੀ ਹੈ ਫਿਰ? ਆਰਕਟਿਕ ਓਸ਼ਨ। ਯਾਦ ਰੱਖਣਾ ਇਹ ਪੇਪਰ ਹਿਸਾਬ ਨਾਲ ਬਹੁਤ ਹੀ ਕੀਮਤੀ ਪੁਆਇੰਟ ਹੈ। ਮੈਜੋਰਿਟੀ ਆਫ ਬੱਚਾ ਪਾਰਟੀ ਭੜਕਾਉਂਦੀ ਹੈ ਪੈਸੀਫਿਕ ਓਸ਼ਨ ਜਾਂ ਫਿਰ ਅਟਲਾਂਟਿਕ ਓਸ਼ਨ। ਇੰਡੀਅਨ ਚ ਤਾਂ ਹੋ ਸਕਦੇ, ਤੁਹਾਨੂੰ ਪਤਾ ਹੀ ਹੈ, ਕਿਉਂਕਿ ਟੈਰੀਟਰੀ ਕਿਹਦੀ ਹੈ? ਇਹ ਯੂਰੋਪੀਅਨ ਕੰਟਰੀ ਡੈਨਮਾਰਕ। ਇਹ ਆਪਾਂ ਤੋਂ ਉੱਪਰ ਹੈ। ਇਹ ਆਪਾਂ ਤੋਂ ਕੀ ਹੈ? ਕੰਟਰੀ ਯੂਰਪ ਆਪਾਂ ਤੋਂ ਉੱਪਰ ਹੈ। ਚਲੋ ਕੁਐਸਚਨ ਨੰਬਰ 4, ਚਾਰ ਧਾਮਾਸ। ਇਹ ਚ ਆਪਣੇ ਹਿੰਦੂ ਧਰਮ ਦੇ, ਹਾਂਜੀ ਇਹਦੇ ਵਿੱਚ ਆਪਣੇ ਹਿੰਦੁਸਤਾਨ ਚ ਕੀ ਹੈ? ਹਿੰਦੂ ਧਰਮ ਦੇ 4 ਤੀਰਥ ਸਥਾਨਾਂ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ, ਜਿਨ੍ਹਾਂ ਨੂੰ ਕੀ ਕਹਿੰਦੇ ਆ? ਚਾਰ ਧਾਮਾਸ। ਇਹ ਬੜੇ ਚਾਰ ਧਾਮ ਵੀ ਕਹਿ ਦਿੰਦੇ ਆ, ਬੜੇ ਚਾਰ ਧਾਮ, ਬੜੇ ਚਾਰ ਧਾਮ। ਜਿਸ ਨੂੰ ਮੰਨ ਲਓ ਪੇਪਰ ਸਿੰਪਲ ਦੇ ਦਿੰਦਾ ਨਾ ਵੀ ਚਾਰ ਧਾਮਾਸ, ਤਾਂ ਇਹਦਾ ਮਤਲਬ ਸੈਲਫ ਅੰਡਰਸਟੂਡ ਹੈ ਵੀ ਆਪਾਂ ਨੂੰ ਬੜੇ ਚਾਰ ਧਾਮ ਪੁੱਛ ਰਹੇ ਹੈ, ਕਿਉਂਕਿ ਐਂ ਤਾਂ ਆਪਣੇ ਛੋਟੇ ਚਾਰ ਧਾਮ ਵੀ ਹੈਗੇ ਆ। ਛੋਟਾ ਚਾਰ ਧਾਮ ਤਾਂ ਆਪਣੇ ਉੱਤਰਾਖੰਡ ਦੇ ਵਿੱਚ ਹੈ, ਜੇ ਬਦਰੀਨਾਥ ਹੋ ਗਿਆ, ਕੇਦਾਰਨਾਥ ਹੈ, ਗੰਗੋਤਰੀ ਹੈ, ਯਮਨੋਤਰੀ ਹੈ, ਉਹ ਆਪਣੇ ਛੋਟੇ ਚਾਰ ਧਾਮ ਹੈ। ਬੜੇ ਚਾਰ ਧਾਮ ਜਿਵੇਂ ਆਪਣੇ ਮੁਸਲਮਾਨਾਂ ਦੇ ਤੀਰਥ ਸਥਾਨ 2 ਫੇਮਸ ਕਿਹੜੇ ਹੈ, ਜਿਹੜੇ ਕਿ ਜ਼ਰੂਰੀ ਹੈ ਜ਼ਿੰਦਗੀ 'ਚ ਇੱਕ ਵਾਰ ਜਾਣਾ ਚਾਹੀਦਾ? ਮੱਕਾ ਤੇ ਮਦੀਨਾ। ਜਿਵੇਂ ਆਪਣੇ ਸਿੱਖ ਧਰਮ ਦੇ ਕਿਹੜੇ ਹੈ? ਆਪਣਾ ਜਿਵੇਂ ਗੋਲਡਨ ਟੈਂਪਲ ਹੈ, ਆਪਣੇ 5 ਤਖਤ ਹੋ ਗਏ। ਸਮਝ ਮੇਰੀ ਗੱਲ? ਉਸੇ ਤਰੀਕੇ ਨਾਲ ਇਹ ਬੜੇ ਚਾਰ ਧਾਮ ਕਿਹੜੇ ਹੈ ਪਤਾ ਹੋਣੇ ਚਾਹੀਦੇ ਹੈ। ਇਹ ਤੁਹਾਨੂੰ ਦੱਸ ਦਿੰਦੇ ਆ, ਬਦਰੀਨਾਥ ਕੇਦਾਰਨਾਥ ਰੋਂਗ ਹੋ ਗਿਆ, ਕਿਉਂਕਿ ਕੱਲਾ ਬਦਰੀਨਾਥ ਹੈ, ਕੱਲਾ ਬਦਰੀਨਾਥ ਵਾਲਾ ਆਨਸਰ ਫਿਰ ਆਹੀ ਹੈ। ਇਹ ਚ ਆਪਾਂ ਨੂੰ ਉਲਝਾਉਣਗੇ, ਆ ਵੀ ਰੋਂਗ ਹੋ ਗਿਆ, ਆ ਵੀ ਰੋਂਗ ਹੋ ਗਿਆ, ਗਾਹਾਂ ਜਾਣ ਦੀ ਲੋੜ ਹੀ ਨਹੀਂ ਆਪਾਂ ਨੂੰ। ਕੱਲਾ ਬਦਰੀਨਾਥ ਉੱਤਰਾਖੰਡ ਦਾ, ਕੇਦਾਰਨਾਥ ਤਾਂ ਛੋਟੇ ਚਾਰ ਧਾਮ ਚ ਆਊਗਾ, ਇਹ ਬੜੇ ਚਾਰ ਧਾਮ ਚ ਨਹੀਂ ਆਊਗਾ। ਰਾਮੇਸ਼ਵਰਮ ਹੈ, ਠੀਕ ਹੈ, ਪੁਰੀ ਆਪਣਾ ਉੜੀਸਾ ਚ ਹੈ, ਤੇ ਰਾਮੇਸ਼ਵਰਮ ਆਪਣਾ ਰਹਿ ਗਿਆ ਜੀ ਤੁਸੀਂ ਥੱਲੇ ਆਪਣੇ ਤਾਮਿਲਨਾਡੂ ਦੇ ਵਿੱਚ ਹੈ, ਤੇ ਆਪਣਾ ਦਵਾਰਕਾ ਆਪਣਾ ਗੁਜਰਾਤ ਦੇ ਵਿੱਚ ਹੈ। ਆਹ ਆਪਾਂ ਨੂੰ ਪਤਾ ਹੀ ਹੈ। ਬਦਰੀਨਾਥ ਕਿੱਥੇ? ਆਪਣਾ ਉੱਤਰਾਖੰਡ ਦੇ ਵਿੱਚ ਹੈ। ਬਦਰੀਨਾਥ ਕਿੱਥੇ? ਆਪਣਾ ਉੱਤਰਾਖੰਡ ਦੇ ਵਿੱਚ ਹੈ, ਠੀਕ ਹੈ। ਉੱਤਰਾਖੰਡ ਚ ਹੈ, ਤਾਮਿਲਨਾਡੂ ਚ ਹੈ, ਉੜੀਸਾ ਚ ਹੈ ਤੇ ਗੁਜਰਾਤ ਚ ਹੈ। ਇਹ ਆਪਣੇ ਬੜੇ ਚਾਰ ਧਾਮ ਹੈ। ਛੋਟਾ ਚਾਰ ਧਾਮ ਜਿਸ ਨੂੰ ਪੁੱਛਿਆ ਕਿਹੜਾ ਹੈ? ਛੋਟਾ ਚਾਰ ਧਾਮ ਹੈਗਾ ਆਹ, ਕਿਹੜਾ? ਯਾਦ ਰੱਖ ਲਿਓ, ਆਹ ਛੋਟਾ ਚਾਰ ਧਾਮ ਹੋ ਗਿਆ। ਬਦਰੀਨਾਥ, ਕੇਦਾਰਨਾਥ, ਗੰਗੋਤਰੀ ਤੇ ਯਮਨੋਤਰੀ, ਇਹ ਉੱਤਰਾਖੰਡ ਦੇ ਛੋਟਾ ਚਾਰ ਧਾਮ ਹੈ। ਪਰ ਐਗਜ਼ਾਮੀਨਰ ਆਪਾਂ ਨੂੰ ਕਦੇ ਨਹੀਂ ਪੁੱਛੂਗਾ, ਆਮ ਤੌਰ ਤੇ ਬੜਾ ਚਾਰ ਧਾਮ ਹੀ ਪੁੱਛਿਆ ਜਾਊਗਾ, ਜਿਵੇਂ ਆਪਣੇ 5 ਤਖਤ ਪੁੱਛੇ ਜਾਂਦੇ ਆ, ਠੀਕ ਹੈ। ਚਲੋ ਜੀ, ਤਖਤ ਸਾਹਿਬ। ਹਾਂ, ਸਵਾਲ ਨੰਬਰ ਆਪਣਾ ਆ ਗਿਆ 5ਵਾਂ। ਕਹਿੰਦੇ ਜੀ ਆ ਵੈਸੇ ਕੁਐਸਚਨ ਵਿਦ ਰਿਸਪੈਕਟ ਟੂ ਕਰੰਟ ਅਫੇਅਰਸ ਹੀ ਹੈ, ਅਖਬਾਰਾਂ ਤੇ ਬਹੁਤ ਆਇਆ ਸੀ ਇਹ। ਕਹਿੰਦੇ ਦੁਨੀਆ ਦਾ ਸਭ ਤੋਂ ਪੁਰਾਣਾ ਰੌਕ ਕਿੱਥੇ ਪਾਇਆ ਜਾਂਦਾ ਹੈ? ਦੁਨੀਆ ਸਭ ਤੋਂ ਪੁਰਾਣਾ ਪੱਥਰ ਰੌਕ ਕਿੱਥੇ ਪਾਇਆ ਜਾਂਦਾ ਹੈ? ਇਹ ਪਾਇਆ ਜਾਂਦਾ ਜੀ ਆਪਣਾ ਆਸਟ੍ਰੇਲੀਆ ਦੇ ਵਿੱਚ। ਤੇ ਉਸ ਸਟੋਨ ਨੂੰ, ਉਸ ਰੌਕ ਨੂੰ ਪਤਾ ਕੀ ਕਹਿੰਦੇ ਹੈ? ਉਹਦਾ ਨਾਮ ਕੀ ਹੈ? ਜਿਰਕੋਨ। ਜਿਰਕੋਨ ਸਟੋਨ ਕਿਹਾ ਜਾਂਦਾ ਹੈ। ਤੇ ਕੁੱਲ ਮਿਲਾ ਕੇ ਕਿੰਨਾ 올ਡ ਹੈ? 4300 ਮਿਲੀਅਨ ਈਅਰਸ 올ਡ। ਇੰਨਾ ਪੁਰਾਣਾ ਮੰਨਿਆ ਜਾਂਦਾ ਹੈ ਆਪਣਾ ਜਿਰਕੋਨ ਸਟੋਨ। ਇਹ ਕਿੱਥੇ ਪਾਇਆ ਜਾਂਦਾ ਹੈ? ਆਸਟ੍ਰੇਲੀਆ। ਪਰ ਇੱਥੇ ਦੇਖੋ ਆਪਾਂ ਨੂੰ ਸਿੱਧਾ ਆਸਟ੍ਰੇਲੀਆ ਦਿੱਤਾ, ਇਹਦਾ ਆਨਸਰ ਆਊਗਾ ਵੈਸਟਰਨ ਆਸਟ੍ਰੇਲੀਆ। ਇਹਦਾ ਮਤਲਬ ਆਪਣੇ ਨੂੰ ਹੋਰ ਪਤਾ ਲੱਗ ਗਈ। ਜਿਹੜਾ ਆਪਣਾ ਕਰੇ ਐਗਜ਼ਾਮੀਨਰ ਨੇ ਆਪਸ਼ਨ ਹੀ ਆਪਣਾ ਦਿੱਤੇ ਵੈਸਟਰਨ ਆਸਟ੍ਰੇਲੀਆ, ਈਸਟਰਨ ਆਸਟ੍ਰੇਲੀਆ, ਨਾਰਥ ਆਸਟ੍ਰੇਲੀਆ, ਤਾਂ ਆਪਾਂ ਉਲਝ ਸਕਦੇ ਹਾਂ। ਹੁਣ ਆਪਾਂ ਨਹੀਂ ਉਲਝਾਂਗੇ। ਕਿੱਥੇ ਹੈ? ਵੈਸਟਰਨ ਆਸਟ੍ਰੇਲੀਆ। ਕਿੱਥੇ ਹੈ? ਵੈਸਟਰਨ ਆਸਟ੍ਰੇਲੀਆ। ਆ ਸਟੋਨ ਦਾ ਨਾਮ ਵੀ ਯਾਦ ਰੱਖਿਓ। ਤੇ ਕਿੰਨਾ 올ਡ ਹੈ? ਇਹ 올ਡ ਦਾ ਮਤਲਬ ਬਸ ਨਾਲ ਹੀ ਆਪਣੀ ਧਰਤੀ ਹੈ, ਜਿੱਦਾਂ ਆਪਣੇ ਕੰਟੀਨੈਂਟਲ ਡ੍ਰਿਫਟ ਥਿਊਰੀ ਹੁੰਦੀ ਹੈ। 4300 ਪੁਰਾਣਾ, ਇਹ ਪੁਰਾਣਾ ਮਤਲਬ ਰੌਕ ਮੰਨਿਆ ਜਾਂਦਾ ਹੈ। ਮਿਲੀਅਨ ਹੈ, 4300 ਮਿਲੀਅਨ ਈਅਰ 올ਡ ਹੈ, ਠੀਕ ਹੈ। ਚਲੋ ਵੀ ਕੁਐਸਚਨ ਨੰਬਰ 6, ਇਜ਼ਾਤ ਕੱਪ। ਇਹ ਕੱਪ ਦੀ ਅਕਸਰ ਜ਼ਿਕਰ ਹੁੰਦਾ ਹੀ ਹੁੰਦਾ ਸੀ, ਕਿਉਂਕਿ ਇਹ ਹਿੰਦੁਸਤਾਨ ਦਾ ਸਭ ਤੋਂ ਪੁਰਾਣਾ ਕੱਪ ਮੰਨਿਆ ਗਿਆ। 1880 ਦਾ ਟੂਰਨਾਮੈਂਟ ਹੈ। ਕਲਕੱਤੇ ਦੇ ਵਿੱਚ ਇਹਨੂੰ ਆਰਗੇਨਾਈਜ਼ ਕੀਤਾ ਜਾਂਦਾ ਹੈ। ਵੈਸੇ ਗੇਮ ਬਹੁਤ ਹੀ ਘੱਟ ਪਪੂਲਰ ਹੈ। ਤੇ ਇੱਕ ਚੀਜ਼ ਹੋਰ ਵੀ ਹੈ, ਇਹਨੂੰ ਇਜ਼ਾਤ ਕੱਪ ਦੀ ਥਾਂ ਤੇ ਕਈ ਵਾਰ ਨਾ ਇਜ਼ਰਾ ਕੱਪ ਵੀ ਕਹਿ ਦਿੰਦੇ ਆ। ਤੇ ਇਹ ਉਹੀ ਗੇਮ ਹੈ ਜਿਹੜਾ ਗੇਮ ਦਾ ਆਪਣਾ ਦਿੱਲੀ ਸੁਲਤਾਨ ਪੀਰੀਅਡ ਦਾ ਪਹਿਲਾ ਰਾਜਾ ਕੁਤਬੁਦੀਨ ਐਬਕ ਇਹੀ ਗੇਮ ਖੇਡਦਾ ਮਰ ਗਿਆ ਸੀ। ਤੇ ਤੁਸੀਂ ਪਛਾਣ ਲਿਆ ਹੋਊਗਾ ਉਹ ਕਿਹੜਾ ਹੈ? ਉਹ ਆਪਣੀ ਗੇਮ ਹੈਗੀ ਹੈ ਜੀ ਪੋਲੋ। ਕਿਹੜੀ ਗੇਮ ਆ ਉਹ?
ਪੋਲੋ ਤੇ 1880 ਦਾ ਟੂਰਨਾਮੈਂਟ ਹੈ। ਇਹ 올ਡੈਸਟ ਪੋਲੋ ਟੂਰਨਾਮੈਂਟ ਹੈ, ਇਹ ਆਪਾਂ ਯਾਦ ਰੱਖਣਾ ਹੈ, ਤਾਂ ਹੀ ਇੱਥੇ ਸਵਾਲ ਬਣਾਇਆ ਗਿਆ। ਵੈਸੇ ਇੱਕ ਟੂਰਨਾਮੈਂਟ ਆਪਣਾ ਪੋਲੋ ਦਾ ਹੋਰ ਵੀ ਹੈਗਾ, ਰਾਧੇ ਮੋਹਨ ਸਿੰਘ, ਰਾਧੇ ਮੋਹਨ ਸਿੰਘ, ਰਾਧੇ ਮੋਹਨ ਸਿੰਘ, ਇਹ ਵੀ ਯਾਦ ਰੱਖਿਓ। ਇਹ ਇੱਕ ਆਪਣਾ ਟੂਰਨਾਮੈਂਟ ਹੈ, ਇਹ ਵੀ ਆਪਣਾ ਪੋਲੋ ਦਾ ਹੀ ਹੈ। ਵੈਸੇ ਤਾਂ ਬਹੁਤ ਟੂਰਨਾਮੈਂਟ ਆਪਾਂ ਫਸਟ ਟੈਸਟ ਸੀਰੀਜ਼ ਦੇਖੇ ਵੀ ਸੀਗੇ, ਇਹੋ ਜਿਹੇ ਸਵਾਲ ਆਪਾਂ ਹੁਣ ਇਸ ਟੈਸਟ ਸੀਰੀਜ਼ ਪੱਕਾ ਲੈ ਕੇ ਆਵਾਂਗੇ, ਠੀਕ ਹੈ, ਕਿਉਂਕਿ ਗੇਮਾਂ ਦੇ ਸੰਬੰਧਤ ਆਪਾਂ ਨੂੰ ਕੱਪ ਪੁੱਛੇ ਜਾਂਦੇ ਆ ਕਿਸੇ ਕੁਐਸਚਨ ਜਾਂ ਕਿਸੇ ਪੇਪਰ 'ਚ। ਆਪਾਂ ਸਾਰੇ ਟੈਨਿਸ ਦੇ ਲਿਆਵਾਂਗੇ, ਸਾਰੇ ਫੁੱਟਬਾਲ ਦੇ ਲਿਆਵਾਂਗੇ। ਇਹ ਘੱਟ ਪਪੂਲਰ ਹੈ, ਤਾਂ ਹੀ ਆਪਾਂ ਨੂੰ 2 ਕੱਪ ਯਾਦ ਕਰਨ ਦੀ ਲੋੜ ਹੈ, ਬਸ ਇੱਕ ਆਹ ਕੱਪ ਹੈ ਤੇ ਇੱਕ ਆਹ ਕੱਪ ਹੈ, ਹੋਰ ਪੜ੍ਹਨ ਦੀ ਲੋੜ ਨਹੀਂ। ਬਾਕੀਆਂ ਦੇ ਲਗਭਗ ਆਪਾਂ ਨੂੰ 8-8 10 ਕੱਪ ਪਤਾ ਹੋਣੇ ਚਾਹੀਦੇ ਆ। ਉਹ ਸਾਰੇ ਕੱਪ ਮੈਂ ਕਲਾਸ ਨੂੰ ਮੈਂ ਵਧੀਆ ਤਰੀਕੇ ਨਾਲ ਲਿਖਾ ਦੂੰਗਾ, ਠੀਕ ਹੈ, ਘਬਰਾਇਓ ਨਾ। ਚਲੋ ਵੀ क्वेश्चन नंबर अपना आ गया 7वां, कहते which of this could be classified as rabi crop। देखो मैं तो स्टेटमेंट पढ़ता भी नहीं ते मैं तो बोल बोल के थक्या पे भी सुनो मैं याद कराया होया पक्का भी भाई राबी क्रॉप किहड़े हुंदे आ BMWLP ते G। बी दे की अपना बारले है, बारले मतलब जौ है, ठीक है। BM ते की है मस्टर्ड है, W ते की है वीट है, L ते की अपना लिनसीड है, P ते की अपना आलू मटर है। आलू मटर बोले तो P ते पोटैटो है, ते G ते अपने सारे की आगे ग्राम्स। ग्राम्स मतलब जिवें आपां कह दिंदे हैं चिकपी, पीजियन पी, उड़द बीन, मूंग बीन, वो सारियां मतलब एक हिसाब नाल दाने दाने दानादार मोठ बीन, वो सारे अपने ग्राम च काउंट हुंदे है। जिवें चिकपी वैसे कल्ला ग्राम च बोल गए तो आपां ज़्यादातर आपां बंगाल ग्राम काबली छोले वास्ते वर्ड यूज करते हुंदे हैं, वैसे अपने सारे ग्राम ही हुंदे हो। चलो भी हुण आपां देखदे हां किहड़ा राबी है। आ देखो पारले भी हैगा, लिनसीड भी हैगा, आ चिकपी दिता होया। चिकपी मतलब की हुंदा ग्राम, ते मस्टर्ड दिता ही है। बाकी मत्था मारन दी फिर आपां नूं लोड़ ही नहीं, नवेड़दा काम बस आही तां चीज़ हुंदी है। ते कलम मिला के सारी सही है। ते खरीफ जे पुछने दी आपां नूं खरीफ फिर तुहानूं पता ही है जे ओबामास रामू, बस ये है याद कर लियो, कुछ भी नहीं। बस जवार, बाजरा, मेज, शुगर केन, सोयाबीन, राइस, अरहर, मूंग ते उड़द, सोई जी, कुछ भी नहीं। कॉटन ते टबाको भी है, कॉटन ते टबाको भी है, वो भी खरीफ च ही आउणगे। बस ये चीज़ याद रखनी आपां। ਇਹਦਾ ਆਨਸਰ ਆਊਗਾ ਡੀ। ਕਹਿੰਦੇ ਸੁਪਰੀਮ ਕੋਰਟ ਸ਼ੈਲ, ਸੁਪਰੀਮ ਕੋਰਟ ਦੇ ਰਿਗਾਰਡਿੰਗ ਪਹਿਲੀ ਗੱਲ ਤਾਂ ਇੱਥੇ ਆਪਾਂ ਨੂੰ ਕੁਝ ਆਰਟੀਕਲ ਹੀ ਪੁੱਛੇ ਗਏ ਹੈ ਤੇ ਇੰਪੋਰਟੈਂਟ ਆਰਟੀਕਲ ਮੈਂ ਡਿਸਕਸ ਕਰਨ ਜਾ ਰਹੇ ਹਾਂ। ਪਹਿਲੀ ਗੱਲ ਤਾਂ ਸੁਪਰੀਮ ਕੋਰਟ ਹੈ ਕਿਹੜੇ ਆਰਟੀਕਲ ਦੇ ਵਿੱਚ, ਆਰਟੀਕਲ ਨੰਬਰ 124 ਚ ਹੈ देयर शैल बी सुप्रीम कोर्ट फॉर इंडिया विद इट्स चीफ जस्टिस ऑफ इंडिया। फिर आप याद करने 3 महत्वपूर्ण इंपॉर्टेंट आर्टिकल 129, 130 ते 131। इन्हां विचों एक आर्टिकल पेपर च पक्का मिलना ही मिलना, ध्यान नाल सुनना है। आर्टिकल नंबर 129 की कहता है सुप्रीम कोर्ट इज द कोर्ट ऑफ रिकॉर्ड। सुप्रीम कोर्ट इज द कोर्ट ऑफ रिकॉर्ड। ते इहदे अगे ये भी लिखा हुआ है भी जिहड़ा कोई मतलब आ इत्थे लिखा हुआ आ सवाल आपां नूं आही सवाल पढ़ देना पहला। सुप्रीम कोर्ट शैल बी अ कोर्ट ऑफ रिकॉर्ड मतलब ਜਿਹੜੇ फैसले सुप्रीम कोर्ट ने ਦਿੱਤੇ ਹੋਏ ਹੈ ਉਹ ਇਹੋ ਜਿਹੇ फैसले ਹੈ ਉਹ ਆਪਾਂ ਨੂੰ ਪ੍ਰੀਜ਼ਰਵ ਕਰਕੇ ਸਾਂਭਣ ਦੀ ਲੋੜ ਹੈ ਵੀ ਜੇ ਕਿਤੇ ਫਿਊਚਰ 'ਚ ਉਹ ਜਿਹਾ ਕੇਸ ਆਉਂਦਾ ਕਿਸੇ ਵੀ ਨਿਚਲੀ ਅਦਾਲਤ 'ਚ ਤਾਂ ਉਹਨਾਂ ਦੀ ਹਿੰਮਤ ਨਹੀਂ ਹੋਣੀ ਵੀ ਉਹ ਸੁਪਰੀਮ ਕੋਰਟ ਦੇ ਫੈਸਲੇ ਨੂੰ ਓਵਰਰਾਈਡ ਕਰ ਦੇਣਗੇ। ਉਹਦੀ ਕਹਿ ਦੇਣਗੇ ਇਹ ਤਾਂ ਮਾਨਨੀय ਸੁਪਰੀਮ ਕੋਰਟ ਦਾ ਫੈਸਲਾ ਆਇਆ ਹੋਇਆ ਜੀ, ਨਾਲ ਦੀ ਨਾਲ ਕੰਮ ਫਿਨਿਸ਼। ਕੋਰਟ ਆਫ ਰਿਕਾਰਡ ਫॉर फ्यूचर जजमेंट्स ਆਪਾਂ ਸਾਰੇ मतलब फैसले प्रिजर्व करके रखने हैं। एंड आ भी पावर है भी जेकर कोर्ट दे विच पावर पनिश करने की पावर है सुप्रीम कोर्ट है कंटेम्प्ट ऑफ कोर्ट, कंटेम्प्ट ऑफ इटसेल्फ मतलब भी आपां जज दे खिलाफ कोई भी टिप्पणी नहीं कर सकते, आपां उहदे फैसले के खिलाफ नहीं जा सकते, नहीं तो फिर सुप्रीम कोर्ट की तौहीन हो जाऊगी। तो फैसला होया भी एक बारी महाराष्ट्र का मिनिस्टर ने बोलता सी जज नूं, महाराष्ट्र दे विच हिंदुस्तान के इतिहास पहली बार होया सी
2006 ਦੇ ਵਿੱਚ ਫਿਰ ਉਸ ਮੰਤਰੀ ਨੂੰ 1 ਮਹੀਨੇ ਦੀ ਸਜ਼ਾ ਹੋ ਗਈ ਸੀ। ਇਹ ਦੇਸ਼ 'ਚ ਪਹਿਲੀ ਵਾਰ ਹੈ ਕਿ ਸਿਟਿੰਗ ਮਿਨਿਸਟਰ ਨੂੰ ਸਜ਼ਾ ਹੋ ਗਈ ਕੰਟੈਂਪਟ ਆਫ ਕੋਰਟ ਦੇ ਮਾਮਲੇ 'ਚ। ਇਹ ਆਰਟੀਕਲ ਨੰਬਰ 129 ਹੈ। ਆਰਟੀਕਲ ਨੰਬਰ 130 ਚ ਕੀ ਹੈ ਬੱਚਿਓ? ਸੀਟ ਆਫ ਸੁਪਰੀਮ ਕੋਰਟ। ਇਹ ਸੁਪਰੀਮ ਕੋਰਟ ਦੇ ਸੀਟ ਦੀ ਗੱਲ ਕੀਤੀ ਗਈ ਹੈ। ਤੇ ਆਰਟੀਕਲ ਨੰਬਰ 131 ਬੜਾ ਕੀਮਤੀ ਹੈ, ਸਭ ਤੋਂ ਬੈਸਟ ਤੇ ਇਹ ਹੈ, ਇਸ ਸਵਾਲ ਨਾਲ ਵੀ ਕੀਮਤੀ ਹੈ। ਉਹ ਹੈਗਾ ਜੀ ਆਪਣਾ ओरिजिनल jurisdiction of supreme court। ओरिजिनल jurisdiction of supreme court ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਸਿੰਪਲ ਹੈ ਵੀ ਮੰਨ ਲਓ ਸੈਂਟਰ ਦਾ ਸਟੇਟਾਂ ਨਾਲ ਲੜਾਈ ਝਗੜਾ ਹੋ ਗਿਆ, ਕਿਸੇ ਗੱਲ ਨੂੰ ਵੀ ਲੈ ਕੇ ਆਪਸ ਮਤਭੇਦ ਹੋ ਗਏ, ਤਾਂ ਉਹਦਾ ਅਟੱਲ ਫੈਸਲਾ ਕੌਣ ਸੁਣਾਊਗਾ? ਸੁਪਰੀਮ ਕੋਰਟ ਸੁਣਾਊਗਾ, ਕੋਈ ਵੀ ਹਾਈ ਕੋਰਟ ਨਹੀਂ ਸੁਣਾ ਸਕਦੀ। ਜੇਕਰ ਮੰਨ ਲਓ ਡਿਸਪਿਊਟ ਹੋ ਗਿਆ ਬਿਟਵੀਨ ਦ ਸਟੇਟਸ, ਉਹਦਾ ਵੀ ਫੈਸਲਾ ਕੌਣ ਸੁਣਾਊਗਾ? ਸੁਪਰੀਮ ਕੋਰਟ। ਮਤਲਬ ਉਹਨੂੰ ਬੋਲਦੇ ਆਪਾਂ ਓਰੀਜਨਲ ਜੁਰਿਸਡਿਕਸ਼ਨ ਆਫ ਸੁਪਰੀਮ ਕੋਰਟ। ਇਹ ਕਿਹੜੇ ਆਰਟੀਕਲ ਦੇ ਵਿੱਚ ਹੈ? ਆਰਟੀਕਲ ਨੰਬਰ 131 ਦੇ ਵਿੱਚ ਹੈ। ਪਰ ਇੱਥੇ ਪੁੱਛਿਆ ਕੋਰਟ ਆਫ ਰਿਕਾਰਡ, ਤਾਂ ਆਪਣਾ ਆਨਸਰ ਆਊਗਾ ਬੱਚੋ ਸੀ। 8ਵੇਂ ਦਾ ਕੀ ਹੈ? ਆਰਟੀਕਲ ਨੰਬਰ 129। ਕਿੰਨੇ? 4000 रखने 124 129 130 ਤੇ 131। ਚਲੋ ਵੀ ਸਵਾਲ ਨੰਬਰ ਆਪਾਂ ਦੇਖਦੇ ਹਾਂ ਬੱਚਿਓ 9ਵਾਂ। ਆ ਸਵਾਲ ਅਗੇਨ ਤਾਂ ਫਰੇਮ ਕੀਤਾ ਹੈ ਕਿਉਂਕਿ ਇਹਦੀ ਕਰੰਟ ਦੇ ਵਿੱਚ ਹੁਣ ਬਹੁਤ ਚਰਚਾ ਹੋ ਰਹੀ ਹੈ, ਕਿਉਂਕਿ ਤੁਸੀਂ ਖਬਰ ਪੜ੍ਹੀ ਹੋਗੀ ਵੀ ਇੰਡੀਆ ਹੁਣ ਨਾਨ ਪਰਮਾਨੈਂਟ ਮੈਂਬਰ ਬਣਨ ਜਾ ਰਿਹਾ ਹੈ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ। ਯੂਨਾਈਟਿਡ ਨੇਸ਼ਨ ਦੀ ਆਲਰੇਡੀ ਆਪਾਂ ਪੂਰੀ ਕਲਾਸ ਲਾਈ ਹੋਈ ਹੈ। ਯੂਨਾਈਟਿਡ ਨੇਸ਼ਨਸ ਨੂੰ ਪੜਾਇਆ ਸੀਗਾ। ਯੂਨਾਈਟਿਡ ਨੇਸ਼ਨ ਦੇ ਵਿੱਚ ਬੱਚੇ ਆਪਣੇ 6 ਆਰਗਨ ਹੁੰਦੇ ਹੈ। ਇਹ ਪਹਿਲਾ ਆਰਗਨ ਆਪਣਾ ਕਿਹੜਾ ਹੁੰਦਾ ਹੈ? ਜਨਰਲ ਅਸੈਂਬਲੀ ਹੁੰਦਾ ਹੈ। ਫਿਰ ਕਿਹੜਾ ਹੁੰਦਾ ਹੈ? ਸਿਕਿਉਰਿਟੀ ਕਾਉਂਸਲ। ਮੈਂ ਤੁਹਾਨੂੰ ਪੜਾਇਆ ਹੋਇਆ ਨਾ ਵੀ ਸਿਕਿਉਰਿਟੀ ਕਾਉਂਸਲ ਦੇ ਟੋਟਲ ਕਿੰਨੇ ਮੈਂਬਰ ਹੁੰਦੇ ਹੈ? 15। 5 ਕਿਹੜੇ ਹੁੰਦੇ ਹੈ? ਪਰਮਾਨੈਂਟ। 10 ਕਿਹੜੇ ਹੁੰਦੇ ਹੈ? ਨਾਨ ਪਰਮਾਨੈਂਟ। ਜਿਹੜੇ ਆ ਨਾਨ ਪਰਮਾਨੈਂਟ ਹੁੰਦੇ ਆ ਇਹ ਚੁਣੇ ਜਾਂਦੇ ਆ 2-2 ਸਾਲਾਂ ਵਾਸਤੇ, ਤੇ ਜਿਹੜੇ 5 ਪੱਕੇ ਆ ਇਹ ਹਮੇਸ਼ਾ ਲਈ ਰਹਿਣਗੇ। ਹੁਣ ਇੰਡੀਆ 8ਵੀਂ ਵਾਰ ਪੁੱਛਣਗੇ ਵੀ ਇੰਡੀਆ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਐਜ਼ ਅ ਨਾਨ ਪਰਮਾਨੈਂਟ ਮੈਂਬਰ ਕਿੰਨਵੀਂ ਵਾਰ ਬਣ ਜਾ ਰਿਹਾ ਹੈ? ਤਾਂ ਆਪਾਂ ਟਿਕ ਲਾਵਾਂਗੇ ਜੀ 8ਵੀਂ ਵਾਰ ਬਣ ਜਾ ਰਿਹਾ ਹੈ। ਤਾਂ ਉਹਦੇ ਰਿਲੇਟਡ ਫਿਰ ਆਪਾਂ ਇੱਕ ਵਧੀਆ ਸਵਾਲ ਪ੍ਰਿਪੇਅਰ ਕੀਤਾ ਹੈ। ਹੁਣ ਆਪਾਂ ਸਵਾਲ ਤੇ ਵਾਪਸ ਆਉਣੇ ਆ, ਠੀਕ ਹੈ? ਸਵਾਲ ਦੇ ਵਾਪਸ ਆਉਣੇ ਆਪਾਂ। ਕਹਿੰਦੇ every 2 years the United Nations General Assembly elects all the 10 non-permanent members of the Security Council at once। ਦੇਖੋ ਹਮੇਸ਼ਾ ਕੱਲੀ ਸਟੇਟਮੈਂਟ ਧਿਆਨ ਨਾਲ, ਬਹੁਤ ਵਿੱਚ ਪਚੀਦਾ ਸਿਸਟਮ ਹੁੰਦਾ ਹੈ। ਹੁਣ ਐਗਜ਼ਾਮੀਨਰ ਬਹੁਤ ਗੰਦੀ ਚੀਜ਼ ਹੈ। ਹੁਣ ਇਹ ਸਟੇਟਮੈਂਟ ਹੋ ਗਈ ਗਲਤ, ਪਰ ਮੈਜੋਰਿਟੀ ਆਫ ਬੱਚਾ ਪਾਰਟੀ ਭੜਕਾਉਂਦੀ ਹੈ ਸਹੀ, ਕਿਉਂਕਿ ਉਹਨਾਂ ਨੇ ਪੜ੍ਹ ਲਿਆ ਵੀ ਹਾਂ 10 ਨਾਨ ਪਰਮਾਨੈਂਟ ਮੈਂਬਰ ਹੁੰਦੇ ਆ ਸਿਕਿਉਰਿਟੀ ਕਾਉਂਸਲ ਜੀ, ਚੱਕ ਦੋ ਫੱਟੇ। ਨਹੀਂ, ਆ ਵੀ ਗੱਲ ਸਹੀ ਹੈ ਵੀ 2 ਸਾਲਾਂ ਵਾਸਤੇ, ਪਰ ਇੱਥੇ ਐਵਰੀ ਗਲਤ ਆ ਗਿਆ, ਇੱਥੇ ਵੰਸ ਗਲਤ ਆ ਗਿਆ। ਵੰਸ ਮਤਲਬ ਇਹਦਾ ਮਤਲਬ ਗਲਤ ਕਿਉਂ ਆ ਗਿਆ? ਕਿਉਂਕਿ ਮੰਨਦੇ ਆਪਾਂ ਵੀ 10 ਨਾਨ ਪਰਮਾਨੈਂਟ ਮੈਂਬਰ ਚੁਣੇ ਜਾਂਦੇ ਐ, ਪਰ ਐ ਨਹੀਂ ਇਹ ਵੀ 10 2 ਸਾਲਾਂ ਬਾਅਦ ਬਣਾਉਂਦੇ ਐ, ਫਿਰ ਦੱਸੇ ਕਿ ਚੱਕ ਦਿੰਦੇ ਐ, ਫਿਰ 2 ਸਾਲਾਂ ਬਾਅਦ 10 ਬਣਾਉਣਗੇ, ਫਿਰ ਉਹ ਵੀ ਚੱਕ ਦੇਣਗੇ। ਇਹ ਐ ਨਹੀਂ ਹੁੰਦਾ, ਇਹ ਆਏ ਸਾਲ ਹੁੰਦਾ ਹੈ, ਇਹ ਐਵਰੀ ਈਅਰ ਹੁੰਦਾ ਹੈ। ਐਵਰੀ ਈਅਰ ਕੀ ਕਰਦੇ ਐ? ਇਹ 5-5 ਬੰਦੇ ਚਲਾ ਦਿੰਦੇ ਐ। 5 ਬੰਦੇ ਕਰਤੇ, 5 ਪੁਰਾਣੇ ਹੁੰਦੇ ਐ, ਫਿਰ ਅਗਲੇ ਸਾਲ 5 ਫੇਰ ਬਦਲਤੇ, 5 ਕੱਢਤੇ, 5 ਬਦਲਤੇ, 5 ਕੱਢਤੇ, 5 ਬਦਲਤੇ, 5 ਕੱਢਤੇ, ਤੇ ਰਹਿੰਦੇ ਹਮੇਸ਼ਾ 10 ਹੀ ਜਮਾ। ਯਾਰ ਆਪਣਾ ਜਿਵੇਂ ਆਪਾਂ ਰਾਜ ਸਭਾ ਸਮਝੀ ਸੀ ਵੀ ਪੁਰਾਣੇ ਕੱਢ ਦਿੰਦੇ ਐ, ਨਵੇਂ ਉਹਨੇ ਥਾਂ ਤੇ 5 ਪਾ ਲੈਂਦੇ ਐ। ਇਹ ਐ ਨਹੀਂ 10 ਇਕੱਠੇ ਕੱਢਦੇ 10 ਇਕੱਠੇ ਪਾਉਂਦੇ ਐ, ਆਹ ਚੀਜ਼ ਨਹੀਂ ਹੁੰਦੀ, ਠੀਕ ਹੈ? ਚਲੋ ਵੀ ਫਿਰ ਅਗਲਾ ਆ ਗਿਆ। ਅਗਲਾ ਸਵਾਲ ਆਪਣਾ, ਹਾਂ ਇਹ ਜਮਾ ਸਟੇਟਮੈਂਟ ਸਹੀ ਹੈ ਵੀ ਜਿਹੜੇ 10 ਮੈਂਬਰ ਚੁਣੇ ਜਾਂਦੇ ਆ ਨਾ, ਇਹ ਐ ਨਹੀਂ ਵੀ ਸਾਰੇ 10 ਦੇ 10 ਇਹ ਯੂਰਪ ਤੋਂ ਚੁਣ ਲੈਣਗੇ, ਏਸ਼ੀਆ ਚੁਣ ਲੈਣਗੇ, ਅਫਰੀਕਾ ਚੋਂ, ਅਮਰੀਕਾ ਚੋਂ, ਐ ਨਹੀਂ ਹੁੰਦਾ। ਇਹ ਸਾਰੀਆਂ 10 ਸੀਟਾਂ ਕੀ ਫਿਕਸ ਕੀਤੀਆਂ ਹੁੰਦੀਆਂ। ਜਿਵੇਂ ਇਹਨਾਂ ਨੇ 5 ਸੀਟਾਂ ਰੱਖੀਆਂ ਪਈਆਂ ਆਪਣੀਆਂ ਅਫਰੀਕਨ ਐਂਡ ਏਸ਼ੀਅਨ ਕੰਟਰੀ ਵਾਸਤੇ, 5 ਰੱਖੀਆਂ ਗਈਆਂ ਅਫਰੀਕਨ ਐਂਡ ਏਸ਼ੀਅਨ ਕੰਟਰੀ ਵਾਸਤੇ। ਜਿਵੇਂ 1 ਸੀਟ ਰੱਖੀ ਗਈ ਆਪਣੇ ਈਸਟਰਨ ਯੂਰਪ ਵਾਸਤੇ, 2 ਰੱਖੀਆਂ ਸੀਟਾਂ ਆਪਣੀਆਂ ਅਮਰੀਕਾਸ ਐਂਡ ਕੈਰੇਬੀਅਨ ਕੰਟਰੀਜ਼ ਵਾਸਤੇ, ਕੈਰੇਬੀਅਨ ਕੰਟਰੀਜ਼ ਵਾਸਤੇ ਰੱਖੀਆਂ ਹੋਈਆਂ। ਇਸ ਤਰੀਕੇ ਨਾਲ ਇਹ 5 ਤੇ 2 7 2 ਰੱਖੀਆਂ ਹੋਈਆਂ ਆਪਣੀਆਂ ਫਿਰ ਵੈਸਟਰਨ ਯੂਰਪ ਐਂਡ ਅਦਰ ਕੰਟਰੀਜ਼ ਵਾਸਤੇ। ਵੀ ਐ ਸੀਟਾਂ ਠੀਕ ਹੈ ਵੀ ਸੀਟਾਂ ਰੀਜਨਲ ਵਾਈਜ਼ ਫਿਕਸ ਕੀਤੀਆਂ ਪਈਆਂ, ਤਾਂ ਇਹ ਸਟੇਟਮੈਂਟ ਸਹੀ ਹੈ।
ਤਾਂ 9ਵੇਂ ਦਾ ਫਿਰ ਆਪਣਾ ਆਨਸਰ ਆਊਗਾ B। 9ਵੇਂ ਦਾ ਫਿਰ ਆਪਣਾ ਆਨਸਰ ਕਿਹੜਾ ਆਊਗਾ B ਆਊਗਾ। ਠੀਕ ਹੈ, ਚਲੋ ਵੀ ਜਲਦੀ ਆ ਆਪਾਂ ਕੁਐਸਚਨ ਨੰਬਰ 10। ਆ ਤਾਂ ਬਹੁਤ ਹੀ ਸਿੰਪਲ ਸਵਾਲ ਹੈ। ਆਪਾਂ ਗਲਤ ਚੂਜ਼ ਕਰਨਾ ਹੈ, ਗਲਤ। ਜਮਾ ਸਹੀ ਹੈ, ਪਹਿਲਾ 38 ਡਿਗਰੀ ਨਾਰਥ ਕੋਰੀਆ ਤੇ ਸਾਊਥ ਕੋਰੀਆ ਹੀ ਹੈ। ਆ ਵੀ ਬਿਲਕੁਲ ਸਹੀ ਹੈ, ਜਰਮਨੀ ਤੇ ਫਰਾਂਸ ਵਿਚਕਾਰ ਹੀ ਹੈ। ਮੈਗੀ ਨॉट ਵੀ ਜਮਾ ਸਹੀ ਹੈ, ਜਰਮਨੀ ਤੇ ਫਰਾਂਸ ਵਿਚਕਾਰ ਹੀ। 49 ਡਿਗਰੀ ਗਲਤ ਹੈ ਕਿਉਂਕਿ ਇੱਥੇ US ਤੇ ਕੈਨੇਡਾ ਆਊਗਾ। ਹਾਂਜੀ ਪੁੱਛਿਆ US ਤੇ ਮੈਕਸੀਕੋ ਤੋਂ ਜ਼ਿਆਦਾ ਇੱਕ ਰਿਵਰ ਹੈ, ਰਿਵਰ ਉਹ ਰਿਵਰ ਬਾਉਂਡਰੀ ਬਣਾਉਂਦੀ ਹੈ, ਤਾਂ ਉਸ ਰਿਵਰ ਦਾ ਕੀ ਨਾਮ ਹੈ ਰੀਓ ਗ੍ਰੈਂਡ। ਇਹ ਰੀਓ ਗ੍ਰੈਂਡ ਰਿਵਰ ਬਾਉਂਡਰੀ ਬਣਾਉਂਦੀ ਹੈ। ਬਾਕੀ ਤੁਹਾਨੂੰ ਪਤਾ ਹੀ ਹੈ, ਮੈਂ ਇੱਧਰ ਲਿਖਦਾ ਜਿਵੇਂ 10 ਡਿਗਰੀ ਪੈਰਲਲ ਹੈ, ਇਹ ਬਣਾਉਂਦੀ ਹੈ ਸੁਡਾਨ ਐਂਡ ਸਾਊਥ ਸੁਡਾਨ, ਸੁਡਾਨ ਐਂਡ ਸਾਊਥ ਸੁਡਾਨ। ਫਿਰ 17 ਤੇ ਕੀ ਹੈ ਨਾਰਥ ਵੀਅਤਨਾਮ ਤੇ ਸਾਊਥ ਵੀਅਤਨਾਮ, ਨਾਰਥ ਤੇ ਸਾਊਥ। ਫਿਰ 31 ਤੇ ਕੀ ਹੈ ਇਰਾਕ ਐਂਡ ਈਰਾਨ। 38 ਆਪਣੇ ਦਿੱਤੇ ਹੋਏ ਹੈ ਤੇ 49 ਆਪਾਂ ਦੇਖ ਲਿਆ। ਇਹ ਵੀ ਸਾਰੇ ਪੁਆਇੰਟ ਕੀ ਹੈ ਯਾਦ ਰੱਖ ਲਿਓ। ਠੀਕ ਹੈ, ਚਲੋ ਕੁਐਸਚਨ ਨੰਬਰ 11। ਅਗੇਨ ਦੱਸਣ ਦੀ ਲੋੜ ਹੀ ਨਹੀਂ, ਸਾਰੇ ਪੁਆਇੰਟ ਵਧੀਆ ਤਰੀਕੇ ਨਾਲ ਸਾਰੇ ਕਲਾਸਾਂ ਆਪਾਂ ਦੇਖੇ ਹੋਏ ਹੈ। ਬਲੈਕ ਹੋਲ ਟ੍ਰੈਜਡੀ, ਜਦੋਂ ਆਪਣੇ ਬੰਗਾਲ ਦੇ ਨਵਾਬ ਨੇ ਗੋਰਿਆਂ ਦੇ 150 ਬੰਦਾ ਇੱਕ ਜਮਾ ਐਡੇ ਕਮਰੇ 'ਚ ਤਾੜਤੇ। ਐਡਾ ਕਮਰਾ ਮਤਲਬ ਸਾਡਾ ਕਮਰਾ ਛੋਟਾ ਹੀ ਹੈ, ਤੁਹਾਨੂੰ ਪਤਾ ਨਹੀਂ ਦਿਸਦਾ ਹੋਣਾ ਤੁਹਾਨੂੰ ਇਹ। ਤੇ ਸਿਰਾਜ ਉਦ ਦੌਲਾ, ਨਵਾਬ ਕੌਣ ਸੀਗਾ ਸਿਰਾਜ ਉਦ ਦੌਲਾ ਨੇ ਗੋਰਿਆਂ ਦਾ 150 ਬੰਦਾ ਇੱਕ ਕਮਰੇ 'ਚ ਤਾੜਤਾ। ਤੇ ਅਗਲੇ ਦਿਨ ਜੋ ਦੇਖਿਆ ਅਗਲੇ ਦਿਨ ਕਿਹੜਾ 2-3 ਦਿਨ ਲਾਤੇ ਪਤੰਦਰਾਂ ਨੇ, ਤਾਂ 122 ਬੰਦੇ ਮਰ ਗਏ। ਇਹਨੂੰ ਗੋਰਾ ਪਾਰਟੀ ਕੀ ਬੋਲਦੀ ਹੈ ਬਲੈਕ ਹੋਲ ਟ੍ਰੈਜਡੀ ਆਫ ਕਲਕੱਤਾ। ਇਹ ਕਦੋਂ ਹੋਈ ਹੈ ਇਹ ਬੈਟਲ ਆਫ ਪਲਾਸੀ ਵੇਲੇ, ਤੁਹਾਨੂੰ ਪਤਾ ਹੀ ਹੈ। ਫਿਰ ਉਧਰ ਫਿਰ ਕਮਾਂਡਰ ਕੌਣ ਹੁੰਦਾ ਗੋਰਿਆਂ ਦਾ ਰਾਬਰਟ ਕਲਾਈਵ। ਯਾਦ ਰੱਖਿਓ ਬੈਟਲ ਆਫ ਪਲਾਸੀ ਕਿਸ ਕਰ ਹੋਈ ਹੈ ਰਾਬਰਟ ਕਲਾਈਵ ਤੇ ਸਿਰਾਜ ਉਦ ਦੌਲਾ। ਕਦੋਂ ਹੋਈ ਹੈ 1757 ਦੇ ਵਿੱਚ। ਤੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਇਸ ਬੈਟਲ ਤੋਂ ਬਾਅਦ ਨਵਾਬ ਕੌਣ ਬਣ ਗਿਆ, ਨਵਾਬ ਬਣ ਗਿਆ ਜੀ ਆਪਣਾ ਮੀਰ ਜਾਫਰ। ਇਸ ਬੈਟਲ ਮੀਰ ਜਾਫਰ ਨਵਾਬ ਬਣ ਗਿਆ। ਇੱਥੇ ਗੱਲ ਹੋ ਰਹੀ ਹੈ 11ਵੇਂ ਦਾ ਆਨਸਰ ਕੀ ਆਊਗਾ ਬੀ ਬੈਟਲ ਆਫ ਪਲਾਸੀ। ਠੀਕ ਹੈ, ਚਲੋ ਵੀ ਕੁਐਸਚਨ ਨੰਬਰ 12। ਇਹ ਵੀ ਅਗੇਨ ਡੈਲੀਬਰੇਟਲੀ ਸਾਰੇ ਸਟੇਟਮੈਂਟਾਂ ਸਹੀ ਰੱਖੀਆਂ ਤਾਂ ਜੋ ਆਪਣੀ ਵਧੀਆ ਪ੍ਰੋਪਰ ਰਿਵੀਜ਼ਨ ਹੋ ਜੇ। ਕਿਉਂਕਿ ਆਪਾਂ ਨੈਸ਼ਨਲ ਐਂਥਮ ਦੀ ਬਹੁਤ ਗੱਲ ਕਰਦੇ ਆਂ, 1911 ਚ ਗਾਇਆ, ਕਦੋਂ ਅਡਾਪਟ ਕੀਤਾ 24 ਜਨਵਰੀ 1950। ਨੈਸ਼ਨਲ Song 1896 ਵਿੱਚ ਗਾਇਆ, ਦੋਨੇ ਕਲਕੱਤਾ ਵਿੱਚ ਗਾਏ, ਫਲਾਨਾ ਗਾਏ, ਤਾਂ ਸਾਰਾ ਪਤਾ ਆਪਾਂ ਨੂੰ। ਪਰ ਪੇਪਰ ਵਾਲਾ ਕੀ ਪਾਉਂਦਾ ਸਾਇੰਟੀਫਿਕ ਨੇਮ ਪਾਉਂਦਾ। ਹੁਣ ਟਾਈਗਰ ਸਾਡੇ ਕੀ ਹੈ ਪੈਂਥੇਰਾ ਟਿਗਰਿਸ, ਜਮਾ ਸਹੀ ਹੈ। ਬਰਡ ਕਿਹੜਾ ਆਪਣਾ ਪੀਕੌਕ, ਨੇਮ ਕੀ ਹੈ ਪੀਕੌਕ ਦਾ ਪੈਵੋਕ੍ਰਿਸਟੇਟਸ। ਫਰੂਟ ਕਿਹੜਾ ਆਪਣਾ ਅੰਬ ਮੈਗਨੀਫੇਰਾ ਅੰਡੀਕਾ। ਇਹ ਸਾਰੀ ਕਰੈਕਟ ਜਾਣ ਕੇ ਮੈਚ ਕੀਤੇ ਹੋਏ ਹੈ। ਇਹਦਾ ਆਨਸਰ ਹੋਊਗਾ ਡੀ, ਤਾਂ ਜੋ ਆਪਣੀ ਵਧੀਆ ਪ੍ਰੋਪਰ ਰਿਵੀਜ਼ਨ ਹੋ ਸਕੇ। ਸਮਝੇ ਮੇਰੀ ਗੱਲ। ਇਹ ਸਾਰੇ ਪੁਆਇੰਟ ਆਪਾਂ ਯਾਦ ਰੱਖਣੇ ਆ। ਆਪਣਾ ਇੱਕ ਨੈਸ਼ਨਲ ਜਿਹੜਾ ਹੋਆ ਟਰੀ ਉਹ ਹੈਗਾ ਆਪਣਾ ਬਨਿਆਨ ਟਰੀ ਦਾ ਵੀ ਇਹ ਨਾਮ ਫਿਰ ਨਾਲ ਲਿਖ ਕੇ ਰੱਖ ਲਓ ਕਿਹੜਾ ਹੈਗਾ। ਇਹ ਨਾਮ ਆਪਣਾ ਹੈਗਾ ਬੱਚਿਓ ਫਿਕਸ ਬੰਗਾਲਨਿਸਸ। ਸਪੈਲਿੰਗ ਵਿੱਚ ਚੈੱਕ ਕਰ ਲਿਓ, ਵੇ ਸਪੈਲਿੰਗ ਮੇਰੇ ਮਿਸਟੇਕ ਤਾਂ ਬਹੁਤ ਰੇਅਰ ਹੁੰਦੀ ਹੈ, ਪਰ ਫਿਰ ਵੀ ਚੈੱਕ ਕਰ ਲਿਓ। ਇਸ ਦਾ ਮਾਨ ਜਿਹੜੀ ਦੇਖ ਚੈੱਕ ਕਰਨਾ ਜ਼ਰੂਰੀ ਹੈ। ਫਿਕਸ ਹੈ ਬੰਗਾਲਨਿਸਸ ਹੈ। ਠੀਕ ਹੈ, ਆ ਨਾਲ ਕੰਟੀਨਿਊ ਹੈ ਤੇ ਥਾਂ ਮੁੱਕ ਗਈ SIS। ਠੀਕ ਹੈ, ਤੇ ਬਨਿਆਨ ਟਰੀ ਹੈ। ਇਹ ਵੀ ਪੁਆਇੰਟ ਆਪਾਂ ਰੱਖਣਾ ਹੈ ਯਾਦ। ਚਲੋ ਵੀ ਕੁਐਸਚਨ ਨੰਬਰ 13। ਆ ਆਪਣੀ ਜਲ ਸ਼ਕਤੀ, ਉਹ ਜੈ ਸ਼ਕਤੀ ਨਹੀਂ ਓਏ, ਜਲ ਸ਼ਕਤੀ ਹੈ। ਇੱਕ ਨਵੀਂ ਮਿਨਿਸਟਰੀ ਤਿਆਰ ਕੀਤੀ ਗਈ ਹੈ ਬੱਚੋ ਜਲ ਸ਼ਕਤੀ। ਇਹ ਕਹਿੰਦੇ ਨਵੀਂ ਮਿਨਿਸਟਰੀ ਹੈ, ਇਹ ਕਹਿੰਦੇ ਕਿਹਨੂੰ ਮਰਜ ਕਰਕੇ ਬਣਾਈ ਗਈ ਹੈ। ਹੁਣ ਨਵੀਂ ਮਿਨਿਸਟਰੀ ਹੈ, ਹੁਣ ਦੇਖੋ ਵੀ ਐਗਜ਼ਾਮੀਨਰ ਆਪਾਂ ਨੂੰ ਜੇ ਨਹੀਂ ਵੀ ਪਤਾ ਸਿੱਧਾ ਹਿੰਟ ਦੇਈ ਜਾਂਦਾ ਹੈ। ਹੁਣ ਡਿਪਾਰਟਮੈਂਟ ਨੂੰ ਜੋੜ ਕੇ ਬਣਾਵਾਂਗੇ ਆਪਾਂ ਮੰਤਰੀ। ਇਹ ਡਿਪਾਰਟਮੈਂਟ ਤਾਂ ਉਹੀ ਨਹੀਂ ਜੱਜਦਾ। ਡਿਪਾਰਟਮੈਂਟ ਤਾਂ 15 20 ਡਿਪਾਰਟਮੈਂਟ ਹੈ, ਐਂ ਜੋੜ ਕੇ ਮੰਤਰੀ ਬਣਨ ਲੱਗੇ ਫਿਰ ਤਾਂ ਬਸ ਮਿਨਿਸਟਰੀਆਂ ਨਹੀਂ ਬਣਦੀਆਂ। ਇਹਦਾ ਸਟੇਟਮੈਂਟ ਹੋ ਗਈ ਗਲਤ। ਹੁਣ ਦੇਖੋ 1 ਸਟੇਟਮੈਂਟ ਗਲਤ ਹੋ ਗਈ। ਠੀਕ ਹੈ, ਆਪਸ਼ਨ ਦੇਖੋ 1H ਵੀ ਹੈ, ਆ ਵੀ ਨਹੀਂ ਹੋ ਸਕਦਾ। 1H ਵੀ ਹੈ, ਆ ਵੀ ਨਹੀਂ ਹੋ ਸਕਦਾ। 1H ਵੀ ਹੈ, ਆ ਵੀ ਨਹੀਂ ਹੋ ਸਕਦਾ।
ਆਨਸਰ ਪਤਾ ਲੱਗ ਗਿਆ, ਆਪਾਂ ਨੂੰ ਗਾਹਾਂ ਪਤਾ ਹੋਵੇ ਕੁਛ ਨਾ ਪਤਾ ਹੋਵੇ। ਆਪਸ਼ਨ ਐਲੀਮੀਨੇਟ ਕਰੋ, ਆਪਸ਼ਨ ਐਲੀਮੀਨੇਟ, ਇਹਦਾ ਆਨਸਰ ਬੀ ਆ ਗਿਆ, ਗਾਹਾਂ ਉਹਦੀ ਦੀ ਲੋੜ ਨਹੀਂ, ਪਰ ਫਿਰ ਵੀ ਪਤਾ ਹੋਣਾ ਚਾਹੀਦਾ ਵੀ ਭਾਈ ਕਿਹੜੇ ਦੋ ਮਿਨਿਸਟਰ ਜੋੜ ਕੇ ਬਣੇ ਆ, ਮਿਨਿਸਟਰ ਆਫ ਡਰਿੰਕਿੰਗ ਵਾਟਰ ਐਂਡ ਸੈਨੀਟੇਸ਼ਨ ਤੇ ਮਿਨਿਸਟਰ ਆਫ ਵਾਟਰ ਰਿਸੋਰਸਸ ਰਿਵਰ ਡਿਵੈਲਪਮੈਂਟ ਤੇ ਗੰਗਾ ਰਿਜੂਵੀਨੇਸ਼ਨ। ਇਹ ਉਹੀ ਹੈ ਜਲ ਸ਼ਕਤੀ ਵਾਲੇ ਜਿਨ੍ਹਾਂ ਨੇ ਜਲ ਮਿਸ਼ਨ ਵੀ ਲਾਂਚ ਕੀਤਾ ਹੋਇਆ ਵੀ 2024 ਤੱਕ ਹਰ ਘਰ ਮੇ ਜਲ ਪਹੁੰਚਾਵਾਂਗੇ। ਇਹਨਾਂ ਦਾ ਮਿਸ਼ਨ ਬਹੁਤ ਤਕੜੇ ਹੈ। ਇਹ ਆਪਾਂ ਸੋਸ਼ਲ ਵੈਲਫੇਅਰ ਸਕੀਮ ਚ ਆਪਾਂ ਇਹਨਾਂ ਦੀ ਗੱਲ ਕੀਤੀ ਹੋਈ ਹੈ, ਮੇਰੇ ਵੀ ਯਾਦ ਆ ਗਿਆ। ਤਾਂ 13ਵੇਂ ਦਾ ਆਪਣਾ ਆਨਸਰ ਆਊਗਾ ਬੀ। ਇਸ ਨੂੰ ਮੈਂ ਉੱਥੇ ਲਿਖਾਇਆ ਵੀ ਸੀ ਵੀ ਨਵੀਂ ਮਿਨਿਸਟਰੀ ਬਣੀ ਹੈ 2 ਮਿਨਿਸਟਰੀਆਂ ਨੂੰ ਜੋੜ ਕੇ, ਠੀਕ ਹੈ। ਚਲੋ 14 ਕਹਿੰਦੇ ਇਹਦੇ ਚੋਂ ਕਿਹੜਾ ਪਹਿਲਾ ਪ੍ਰੈਜ਼ੀਡੈਂਟ ਚੀਫ ਮਿਨਿਸਟਰ ਵੀ ਰਿਹਾ ਆਪਦੀ ਸਟੇਟ ਦਾ। ਬੜਾ ਹੀ ਇੰਟਰਸਟਿੰਗ ਸਵਾਲ ਹੈ। ਕਹਿੰਦੇ ਕਿਹੜਾ ਹੈ ਜਿਹੜਾ ਆਪਦੇ ਮਤਲਬ ਸਟੇਟ ਦਾ ਚੀਫ ਮਿਨਿਸਟਰ ਹੈ। ਆਪਸ਼ਨ ਦੇਖ ਲੈਂਦੇ ਆ। ਗਿਆਨੀ ਜੈਲ ਸਿੰਘ ਬਿਲਕੁਲ ਸਹੀ ਹੈ ਬੱਚੋ, ਆਪਣੇ ਪੰਜਾਬ ਦਾ ਚੀਫ ਮਿਨਿਸਟਰ ਰਿਹਾ। ਵੈਸੇ ਬਹੁਤ ਘੱਟ ਨੂੰ ਪਤਾ ਹੁੰਦਾ, ਇਹ ਕਾਂਗਰਸ ਵੱਲੋਂ ਰਿਹਾ 1982 ਚ, ਤਾਂ ਇਹ ਉਹ ਬਣ ਗਿਆ ਸੀ ਰਾਸ਼ਟਰ। 72 ਚ ਰਿਹਾ 1972 ਤੋਂ 77। ਯਾਦ ਰੱਖ ਲਓ ਆਪਣੇ ਪੰਜਾਬ ਵਾਲੇ, ਖਾਸ ਕਰਕੇ ਆਪਣੇ ਪੇਪਰਾਂ ਸਵਾਲ ਵਾਸਤੇ ਵੀ ਗਿਆਨੀ ਜੈਲ ਸਿੰਘ 72 ਤੋਂ 77 ਆਪਣੇ ਪੰਜਾਬ ਦਾ ਸੀਐਮ ਰਿਹਾ ਤੇ ਰਾਸ਼ਟਰਪਤੀ ਵੀ ਹੈ। ਐਨਐਸ ਰੈਡੀ ਸੁਖਣਾ ਪਹਿਲਾ ਸੀਐਮ ਹੀ ਸੀਗਾ। ਇਹ ਤਾਂ ਪਹਿਲਾ ਸੀਐਮ ਸੀ ਕਿੱਥੋਂ ਦਾ, ਆਂਧਰਾ ਪ੍ਰਦੇਸ਼ ਦਾ, ਜਦੋਂ 1956 ਦੇ ਵਿੱਚ ਆਪਣੀ ਰੀਆਰਗੇਨਾਈਜੇਸ਼ਨ ਹੋਈ ਹੈ। ਸ਼ੰਕਰ ਵੀ ਸੀਗਾ ਆਪਣਾ, ਸ਼ੰਕਰ ਵੀ ਆਪਣਾ ਪਹਿਲਾ ਸੀਐਮ ਸੀ ਆਫ ਭੋਪਾਲ ਦਾ। ਉਦੋਂ ਭੋਪਾਲ ਸਟੇਟ ਹੁੰਦੀ ਸੀ, ਇਹਦੇ ਕਹੋਂ ਵੀ ਆ ਕਹਿੰਦੇ ਮੈਂ ਕੱਢ ਲਈ ਭੋਪਾਲ ਸਟੇਟ। ਇਹ ਰੀਆਰਗੇਨਾਈਜੇਸ਼ਨ ਤੋਂ ਪਹਿਲਾਂ ਦੀ ਗੱਲ ਹੈ, ਪਹਿਲਾਂ ਨਹੀਂ ਸੀ ਪਾਰਟ ਏ ਪਾਰਟ ਬੀ। ਇਹ 1952 ਦੀ ਗੱਲ ਹੈ। ਤੇ 56 ਸਾਨੂੰ ਪਤਾ ਹੀ ਆਪਾਂ ਫਿਰ ਸਟੇਟਾਂ ਦੀ ਕੀ ਕਰੀ ਸੀ, ਰੀਆਰਗੇਨਾਈਜੇਸ਼ਨ। ਪਹਿਲਾਂ ਦੀ ਗੱਲ ਹੈ ਪਰ ਸੀ ਪਹਿਲਾਂ। ਤਾਂ ਆਨਸਰ ਫਿਰ ਆਪਣਾ ਆ ਗਿਆ ਜ਼ਕੀਰ ਹੁਸੈਨ। ਇਹ ਕਿਸੇ ਵੀ ਸਟੇਟ ਦਾ ਸੀਐਮ ਨਹੀਂ ਰਿਹਾ। ਯਾਦ ਰੱਖ ਲਿਓ, ਆ ਪੰਜਾਬ ਦਾ ਰਿਹਾ, ਆ ਆਂਧਰਾ ਪ੍ਰਦੇਸ਼ ਦਾ ਤੇ ਆ ਆਪਣਾ ਭੋਪਾਲ ਦਾ। ਬੜਾ ਇੱਕ ਇੰਟਰਸਟਿੰਗ ਤੇ ਕੀਮਤੀ ਸਵਾਲ ਸੀ ਇਹ, ਤੇ ਸੀ ਪਹਿਲੇ। ਲਾਸਟ ਸਵਾਲ ਬਹੁਤ ਹੀ ਬੈਸਟ ਸਵਾਲ ਹੈ, ਬਹੁਤ ਹੀ ਕੀਮਤੀ ਸਵਾਲ ਹੈ, ਪੂਰਾ ਚਾਂਸ ਹੈ ਇਹ ਸਵਾਲ ਬਣਨ ਦਾ। ਪਹਿਲਾ ਅਖਬਾਰ ਹਿੰਦੁਸਤਾਨ ਸਾਨੂੰ ਪਤਾ ਹੀ ਹੈ, ਇੱਕ ਆਇਰਿਸ਼ਮੈਨ ਹੈ ਆਇਰਲੈਂਡ ਦਾ। ਉਹ ਕੌਣ ਸੀ, ਜੇਮ ਅਗਸਟਸ ਹਿੱਕੀ। ਇਹ 1780 ਦੇ ਵਿੱਚ ਹਿੰਦੁਸਤਾਨ 'ਚ ਪਹਿਲਾ ਅਖਬਾਰ ਇਹੀ ਲੈ ਕੇ ਆਇਆ ਸੀਗਾ। ਤੇ ਜਿਹਦਾ ਫਿਰ ਨਾਮ ਕੀ ਸੀ ਬੱਚੋ, ਜਿਹਦਾ ਫਿਰ ਨਾਮ ਸੀ ਬੰਗਾਲ ਗਜ਼ਟ। ਬੰਗਾਲ ਗਜ਼ਟ। ਇੱਥੇ ਸਟੇਟਮੈਂਟ ਹੋਗੀ ਗਲਤ। ਇਹ ਕਹਿੰਦੇ ਜੇਮ ਅਗਸਟਸ ਹਿੱਕੀ ਨੇ ਬੰਬੇ ਸਮਾਚਾਰ ਲੈ ਕੇ ਆਂਦਾ ਹੈ। ਨੋ, ਜਿਹੜਾ ਬੰਬੇ ਸਮਾਚਾਰ ਲਿਖ ਲਓ, ਇਹ ਵੀ ਲਿਖ ਲਓ ਚਾਹੇ। ਬੰਬੇ ਸਮਾਚਾਰ ਕੌਣ ਲੈ ਕੇ ਆਇਆ ਸੀ, ਫਾਰਦੁੰਜੀ ਮਰਜ਼ਬਾਨ। ਇਹ ਤਾਂ ਫਾਰਦੁੰਜੀ ਮਰਜ਼ਬਾਨ ਲੈ ਕੇ ਆਇਆ ਸੀ। ਤੇ ਇਹ ਅਖਬਾਰ ਹੁਣ ਵੀ ਚੱਲਦਾ ਹੈ, ਹੁਣ ਇਹਨੂੰ ਮੁੰਬਈ ਸਮਾਚਾਰ ਕਹਿੰਦੇ ਆ। ਫਾਰਦੁੰਜੀ ਮਰਜ਼ਬਾਨ ਲੈ ਕੇ ਆਇਆ ਸੀ। ਜੇਮਸ ਅਗਸਟਸ ਹਿੱਕੀ ਤਾਂ ਬੰਗਾਲ ਗਜ਼ਟ ਲੈ ਕੇ ਆਇਆ ਸੀ। ਸੈਕਿੰਡ ਸਟੇਟਮੈਂਟ ਬਿਲਕੁਲ ਸਹੀ ਹੈ। ਲਾਹੌਰ ਕ੍ਰੋਨਿਕਲ ਕੌਣ ਲੈ ਕੇ ਆਇਆ ਹੈ, ਸੈयद ਮੁਹੰਮਦ ਅਜ਼ੀਮ। ਤੇ ਅਜ਼ੀਮ ਦਾ ਸਾਨੂੰ ਇੱਥੇ ਮੈਂ ਇੱਕ ਅਜ਼ੀਜ਼ ਪੁਆਇੰਟ ਦੱਸਣ ਜਾ ਰਿਹਾ ਹਾਂ, ਇੱਕ ਐਡੀਸ਼ਨਲ ਪੁਆਇੰਟ ਦੱਸਣ ਜਾ ਰਿਹਾ ਹਾਂ। ਅਜ਼ੀਮ ਆਪਣਾ ਇਹਨੂੰ ਫਾਦਰ ਕਿਹਾ ਜਾਂਦਾ ਹੈ, ਫਾਦਰ ਆਫ ਪੰਜਾਬ ਹਿਸਟੋਰੀਅਨ, ਇਤਿਹਾਸਕਾਰ। ਇਹਨੂੰ ਪੰਜਾਬ ਇਤਿਹਾਸਕਾਰੀ ਦਾ ਪਿਤਾਮਾ ਕਿਹਾ ਜਾਂਦਾ ਹੈ, ਫਾਦਰ ਕਿਹਾ ਜਾਂਦਾ ਹੈ। ਤੇ ਹੀ ਫਿਰ ਲੈ ਕੇ ਆਏ ਸੀ ਕਿਹੜਾ ਅਖਬਾਰ, ਦਾ ਲਾਹੌਰ ਕ੍ਰੋਨਿਕਲ। ਜਿਵੇਂ ਇੱਕ ਬੰਬੇ ਕ੍ਰੋਨਿਕਲ ਹੈ, ਉਹ ਫਿਰੋਜ਼ ਸ਼ਾਹ ਮਹਿਤਾ ਲੈ ਕੇ ਆਇਆ ਸੀ। ਕਾਮਰੇਡ ਉਹ ਮੁਹੰਮਦ ਅਲੀ ਲੈ ਕੇ ਆਇਆ ਸੀ। ਇਹ ਸਾਰੀ ਚੀਜ਼ਾਂ ਆਪਾਂ ਯਾਦ ਰੱਖਣੀਆਂ। ਤਾਂ ਇੱਥੇ ਅਗੇਨ ਆਪਾਂ ਨੂੰ ਪੁੱਛਿਆ ਕਰੈਕਟ, ਤਾਂ ਆਨਸਰ ਆਊਗਾ ਬੀ। ਠੀਕ ਹੈ, ਇਹਦੇ ਨਾਲ ਹੀ ਫਿਰ ਅੱਜ ਦੀ ਡਿਸਕਸ਼ਨ ਆਪਣੀ ਹੁੰਦੀ ਹੈ ਸਮਾਪਤ। ਹੋ ਗਏ ਨਾ ਪੂਰੇ? ਹਾਂ, ਚਲੋ ਵੀ। ਤੇ ਕੁੱਲ ਮਿਲਾ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਤੁਹਾਡਾ ਕੰਮ ਇੱਕੋ ਹੀ ਹੈ, ਨਾਲ ਕਾਪੀ ਪੈਨ ਦੇ ਸਾਰੇ ਐਡੀਸ਼ਨਲ ਪੁਆਇੰਟ ਨੋਟ ਕਰਨੇ ਹੈ। ਕਿਤੇ ਪਹੁੰਚਦੇ ਥੱਕੇ ਬੈਠੇ ਹੋ, ਕਿਸੇ ਨਾਲ ਉਤਾਰਾ ਹੀ ਨਾ ਹੋਵੇ, ਤਾਂ ਇਸ ਡਿਸਕਸ਼ਨ ਕਲਾਸ ਦਾ ਕੋਈ ਫਾਇਦਾ ਨਹੀਂ। ਫਿਰ ਆਪਾਂ ਤੁਹਾਨੂੰ ਸਿੰਪਲ ਆਨਸਰ ਕੀ ਵੀ ਦੇ ਸਕਦੇ ਹਾਂ। ਇਹਦਾ ਮਤਲਬ ਵੀ ਇਹ ਹੈ ਵੀ ਨਾਲ ਆਪਾਂ ਕੁਝ ਸਿੱਖੀਏ, ਵੀਡੀਓ ਦੇਖ ਕੇ ਆਪਣੇ 2-4 ਗੱਲਾਂ ਪੱਲੇ ਪੈ ਜਾਣ। ਰਿਵੀਜ਼ਨ ਕਰਨ ਵਾਸਤੇ ਵੀਡੀਓ ਤੁਹਾਡੇ ਕੋਲ ਤਾਂ ਹੋਣਗੀ। ਪਿਛਲੇ ਟੈਸਟ ਵੀ ਸਾਰੇ ਰਿਵਾਈਜ਼ ਕਰ ਲਿਆ ਕਰੋ, ਡਬਲ ਸਪੀਡ ਤੇ ਕਰ ਲਿਆ ਕਰੋ। ਨਾਲ ਕਾਪੀ ਪੈਨ ਤੇ ਆਪਣਾ ਲਿਖਿਆ ਹੋਊਗਾ, ਨਾਲ ਕਾਪੀ ਤੇ ਬਾਰ-ਬਾਰ ਇਹ ਰਿਵਾਈਜ਼ ਕਰ ਲਿਆ। ਬਾਰ-ਬਾਰ ਰਿਵਾਈਜ਼ ਕਰੇ ਨਾਲ ਹੀ ਗੱਲਾਂ ਦਿਮਾਗ 'ਚ ਸਟਿਕ ਹੋਣਗੀਆਂ। ਇੱਕ ਵਾਰੀ 2 ਵਾਰੀ
ਐਟਲੀਸਟ 3 ਵਾਰੀ ਤੋਂ ਬਾਅਦ ਆਪਣਾ ਦਿਮਾਗ ਚੀਜ਼ਾਂ ਗ੍ਰੈਸਪ ਕਰਨ ਲੱਗਦਾ ਹੈ। 1-2 ਵਾਰੀ ਪੜ੍ਹ ਕੇ ਭੁੱਲ ਜਾਓ ਵੀ ਤੁਸੀਂ ਪੇਪਰ ਸਹੀ ਛਾਂਟ ਲਓਗੇ। ਐਟਲੀਸਟ ਅਬਵ 3 ਟਾਈਮਸ ਤੁਹਾਨੂੰ ਟੈਸਟ ਸੀਰੀਜ਼ ਕਵਰ ਕਰਨੀ ਚਾਹੀਦੀ ਹੈ। ਇਹ ਕੁਐਸਚਨ ਦੇਖਣੇ ਚਾਹੀਦੇ ਹੈ, ਦਿਮਾਗ ਵਿੱਚ ਦੀ ਕੱਢ ਦਿਓ। ਜੇ ਕਿਹੜਾ ਦਿਮਾਗ 'ਚ ਫਿਰ ਫੀਡ ਹੋ ਗਏ ਮੁੜ ਕੇ ਨਹੀਂ ਫਿਰ ਨਿਕਲਦੇ। ਉਸ ਨੂੰ ਪਤਾ ਹੀ ਹੈ ਦਿਮਾਗ ਦੀ ਆਪਣੀ ਪਾਵਰ ਬਹੁਤ ਜ਼ਿਆਦਾ ਹੈ। ਹਾਲੇ ਤਾਂ ਦਿਮਾਗ ਵਰਤੇ ਕੁਛ ਨਹੀਂ ਆਪਾਂ, ਸਾਰਾ 2.5-3% ਆਪਾਂ ਦਿਮਾਗ ਵਰਤਦੇ ਹਾਂ 100% 'ਚੋਂ, ਤੇ ਜਿੰਨਾ ਆਪਾਂ ਪੜ੍ਹਦੇ ਜਾਵਾਂਗੇ 19% ਆਪਣੀ ਵੱਧਦੀ ਜਾਣੀ ਹੈ। ਸਾਰਾ ਖਾਲੀ ਪਿਆ, ਵਰਤ ਲਈਏ ਮਾੜਾ ਮੋਟਾ ਆਪਾਂ। ਠੀਕ ਹੈ, ਚਲੋ ਠੀਕ ਹੈ ਫਿਰ, ਸਤਿ ਸ਼੍ਰੀ ਅਕਾਲ ਫਿਰ ਸਾਰਿਆਂ ਨੂੰ।